एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। हे प्राणनाथ गोबिंदे कृपा निधान जगत गुरो। हे संसार ताप हरणे करुणा में सब दुख हरो। हे शरण जोग दयाले दीनानाथ माया करो। शरीर स्वस्थ क्षीण समय सिमरंत नानक। राम दामोदर माधव। वाहिगुरु जी का खालसा वाहिगुरु जी की फतेह। गुरबाणी विचार आप श्रवण कर रहे हो। पूत पशु की मानस जात लोक पचारा करे दिन रात। गुरु ग्रंथ साहब महाराज ਦੇ ਵਿੱਚ ਆਏ ਹੋਏ ਜੀਵ ਜੰਤੂਆਂ ਦੀ ਵਿਚਾਰ ਅਸੀਂ ਸਰਵਣ ਕਰ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ। ਅੱਜ ਭਗਤ ਨਾਮਦੇਵ ਜੀ ਦਾ ਇੱਕ ਪਾਵਨ ਸ਼ਬਦ ਹੈ, ਉਹ ਬਿਨਸ ਜਾਏ ਝੂਠੀ ਦੇਹੀ ਰਹਾਉ। ਇਹ ਰਹਾਉ ਦੀਆਂ ਪੰਕਤੀਆਂ ਹਨ ਕਿ ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ। ਸਰੀਰ ਨਾਸਵੰਤ ਹੈ। ਇਹ ਰਹਾਉ ਦੀਆਂ ਪੰਕਤੀਆਂ ਨੇ। ਇਸ ਵਿੱਚ ਫਿਰ ਪ੍ਰਮਾਣ ਦਿੱਤੇ ਨੇ। ਮੇਰੀ ਮੇਰੀ ਕੈਰੋ ਕਰਤੇ ਦੁਰਜੋਧਨ ਸੇ ਭਾਈ 12 जोजन छतर चले था देही गिरजन खाई। सर्ब सोयन की लंका होती रावण से अधिकाई। कहाँ गए दर बांधे हाथी खिन में पई पराई। दो प्रमाण भगत नामदेव जी ने वड्डे दिते हन। एक त्रेते युग दा रावण दा, द्वापर युग विच दुर्योधन दा। दो प्रमाण दिते हैं। दुर्वासा स्यों करत ठगोरी जादव ए फल पाए। कृपा करी जन अपने ऊपर नाम देव हर गुण गाए। ये अखीरलियां पंक्तियां हैं। इस पावन शब्द दे विच भगत नामदेव जी ने जिक्र किया, मेरी मेरी कैरों करते दुर्योधन से भाई 12 जोजन छतर चले था देही गिरजन खाई। इस विच गिरज पंछी का जिक्र किया है। गिरज गिद्ध गिद्ध पंछी बारे सुनिया तो आप सब ने होना है, देखे भी होने ने, लेकिन हुण बहुत घट वेखण विच आ रहे हैं, बहुत घट। गिद्ध एक ऐसा पंछी है जो पर्यावरण वास्ते प्रकृति नूं संतुलित रखण वास्ते ये पंछी का होना बहुत जरूरी है, बहुत जरूरी है। क्योंकि ये पंछी मुर्दार खांदा है, मरे हुए पशुओं का ये आहार करता है।
ਇਸ ਨੂੰ ਸਫਾਈ ਕਰਮੀ ਵੀ ਕਿਹਾ ਜਾਂਦਾ। ਜਦ ਕੋਈ ਪਸ਼ੂ ਜਾਂ ਪੰਛੀ ਕੋਈ ਮਰ ਜਾਂਦਾ ਹੈ, ਕੁੱਤੇ ਬਿੱਲੀਆਂ ਜਾਂ ਹੋਰ ਸ਼ੇਰ ਬਘਿਆੜ ਜਦ ਉਸ ਨੂੰ ਖਾ ਕੇ ਹਟ ਜਾਂਦੇ ਨੇ, ਬਾਕੀ ਜੋ ਕੁਛ ਵੀ ਬਚਦਾ ਉਹ ਗਿੱਧ ਸਭ ਕੁਛ ਹਜ਼ਮ ਕਰ ਜਾਂਦਾ ਵੇ, ਬਿਲਕੁਲ ਸਫਾਈ ਕਰ ਦਿੰਦਾ ਵੇ। ਗਿੱਧ ਜਿਸ ਦੇ ਦੋ ਰੰਗ ਅਕਸਰ ਦੇਖਣ ਵਿੱਚ ਆਉਂਦੇ ਨੇ, ਇੱਕ ਇਸ ਦਾ ਕਾਲਾ ਰੰਗ ਕਾਲੇ ਗਿੱਧ, ਇੱਕ ਕੱਥਈ ਕਲਰ ਦਾ ਪਹਾੜੀ ਕਲਰ ਵੀ ਜਿਸ ਨੂੰ ਕਹਿ ਸਕਦੇ ਹਾਂ। ਇਹ ਦੋ ਰੰਗਾਂ ਦੇ ਮਿਲਦੇ ਹਨ ਜ਼ਿਆਦਾ। ਇਹਦੀ ਗਰਦਨ ਦੇ ਉੱਤੇ ਪੰਖ ਨਹੀਂ ਹੁੰਦੇ ਹਨ, ਗੰਜੀ ਗਰਦਨ ਇਸ ਦੀ ਗੰਜੀ ਹੁੰਦੀ ਹੈ। ਕਈ ਇਸ ਨੂੰ ਹਿੱਲ ਗੰਜਾ ਵੀ ਕਹਿੰਦੇ ਨੇ, ਪੰਜਾਬੀ ਦਾ ਸ਼ਬਦ ਹੈ। ਸਾਡੇ ਬਜ਼ੁਰਗ ਕਿਆ ਕਰਦੇ ਸਨ, ਹਿੱਲ ਗੰਜਾ, ਜੋ ਸਿਰ ਤੋਂ ਗੰਜਾ ਹੁੰਦਾ ਵੇ। ਇਹ ਬਹੁਤ ਹੀ ਉੱਚੀ ਉਡਾਨ ਉੱਡਦਾ ਹੈ, ਬਹੁਤ ਉੱਚੀ। ਜੋ ਸਭ ਤੋਂ ਉਚਾਈ 'ਤੇ ਉੱਡਦਾ ਹੋਇਆ ਗਿੱਧ ਜੋ ਰਿਕਾਰਡ ਕੀਤਾ ਗਿਆ ਵੇ, 27,000 ਫੁੱਟ ਉੱਚੀ ਉਡਾਨ ਇਸ ਗਿੱਧ ਦੀ। ਸਭ ਤੋਂ ਉੱਚਾ ਉੱਡਣ ਵਾਲਾ ਇਹ ਪੰਛੀ ਮੰਨਿਆ ਜਾਂਦਾ ਹੈ। ਸਾਰੇ ਸੰਸਾਰ ਭਰ ਦੇ ਵਿੱਚ ਗਿੱਧ ਦੀਆਂ ਕੋਈ 22 ਪ੍ਰਜਾਤੀਆਂ ਮੌਜੂਦ ਨੇ, 22 ਪ੍ਰਜਾਤੀਆਂ। ਇਹਨਾਂ 22 ਵਿੱਚੋਂ 9 ਪ੍ਰਜਾਤੀਆਂ ਭਾਰਤ ਵਿੱਚ ਵੀ ਮਿਲ ਜਾਂਦੀਆਂ ਨੇ। 9 ਪ੍ਰਜਾਤੀਆਂ ਅਲੱਗ-ਅਲੱਗ ਮੌਸਮ ਦੇ ਹਿਸਾਬ ਨਾਲ ਅਲੱਗ-ਅਲੱਗ ਥੋੜ੍ਹਾ ਬਹੁਤ ਇਹਨਾਂ ਦੀ ਬੋਡੀ ਦੇ ਵਿੱਚ ਕੁਝ ਫਰਕ ਔਰ ਮਿਲਦੇ ਨੇ, ਰੰਗ ਰੂਪ ਦਾ ਥੋੜ੍ਹਾ ਫਰਕ, ਪਰ ਖਾਣਾ ਇਹਨਾਂ ਦਾ ਮੁਰਦਾਰ ਹੀ ਹੈ। ਬਸ ਮੁਰਦਾਰ ਖਾਂਦੇ ਹਨ। ਬਹੁਤ ਵੱਡਾ ਪੰਛੀ ਹੈ। ਇਹਦੇ ਪੰਖਾਂ ਦਾ ਫੈਲਾਓ 2 ਤੋਂ 2.5 ਮੀਟਰ ਤੱਕ ਹੋ ਸਕਦਾ ਵੇ, 2.5 ਮੀਟਰ ਤੱਕ। ਵਜ਼ਨ ਇਸ ਦਾ ਕੋਈ 6 ਤੋਂ 7 ਕਿਲੋ ਤੱਕ ਵਜ਼ਨ ਹੁੰਦਾ। ਕਾਫੀ ਭਾਰਾ ਪੰਛੀ ਹੈ ਇਹ। ਬਹੁਤ ਉੱਚੀ ਉਡਾਨ ਉੱਡਦਾ ਔਰ ਬਿਨਾਂ ਪੰਖ ਮਾਰੇ। ਇੱਕ ਵਾਰੀ ਨੇ ਉੱਡਣ ਲੱਗਿਆਂ ਪੰਖ ਮਾਰਨੇ ਹਨ, ਹਵਾ ਵਿੱਚ ਆਉਣ ਤੋਂ ਬਾਅਦ ਫਿਰ ਬਸ ਆਪਣੇ ਪੰਖਾਂ ਦੇ ਸਹਾਰੇ ਦੇ ਨਾਲ ਹੀ ਇਹ ਉਚਾਈ 'ਤੇ ਚਲਾ ਜਾਂਦਾ ਹੈ। ਬਿਨਾਂ ਪੰਖ ਮਾਰੇ ਸਾਰਾ ਦਿਨ ਉੱਡਦਾ ਰਹਿੰਦਾ, ਬਿਨਾਂ ਪੰਖ ਮਾਰੇ। ਇਹਨੂੰ ਮੁਸ਼ੱਕਤ ਕਰਨ ਦੀ ਲੋੜ ਨਹੀਂ ਪੈਂਦੀ ਹੈ। ਇਹ ਜਿੱਥੇ ਉਚਾਈ 'ਤੇ ਉੱਡਦਾ ਵੇ, ਆਪਣਾ ਆਲਣਾ ਵੀ ਇਹ ਉੱਚੇ ਸਥਾਨਾਂ 'ਤੇ ਬਣਾਉਂਦਾ ਹੈ। ਜਿਵੇਂ ਦਰਖਤਾਂ ਦੀ ਸਭ ਤੋਂ ਉੱਚੀ ਚੋਟੀ, ਘਨੇ ਜੰਗਲ ਦੇ ਵਿੱਚ, ਪਹਾੜਾਂ ਦੇ ਉੱਪਰ, ਚੱਟਾਨਾਂ ਦੇ ਵਿੱਚ ਜਿਹੜੇ ਪੋਖਰ ਹੁੰਦੇ ਨੇ, ਉਹਨਾਂ ਦੇ ਵਿੱਚ ਇਹ ਆਪਣਾ ਘਰ ਬਣਾਉਂਦਾ ਵੇ। ਗਿੱਧ ਦੀ ਉਮਰ ਤਕਰੀਬਨ ਕੋਈ 30 ਤੋਂ 35 ਸਾਲ ਤੱਕ ਰਿਕਾਰਡ ਕੀਤੀ ਗਈ ਹੈ, ਗਿੱਧ ਦੀ ਉਮਰ। ਔਰ ਇਹ ਚੁੰਝ ਇਸ ਦੀ ਇਤਨੀ ਮਜ਼ਬੂਤ ਹੁੰਦੀ ਹੈ, ਅੱਗੋਂ ਮੁੜੀ ਹੋਈ, ਕਿ ਇਹ ਭਾਵੇਂ ਕਿਤਨੀ ਮੋਟੀ ਚਮੜੀ ਦਾ ਕੋਈ ਜਾਨਵਰ ਹੋਵੇ, ਉਹਨੂੰ ਵੀ ਪਾੜ ਕੇ ਤੇ ਖਾਣਾ ਸ਼ੁਰੂ ਕਰ ਸਕਦਾ ਹੈ। ਗਿੱਧ ਦੇ ਪੇਟ ਦੇ ਵਿੱਚ, ਢਿੱਡ ਵਿੱਚ ਐਸੀ ਤਾਸੀਰ ਹੈ ਗਿੱਧ ਦੇ, ਜਿਤਨਾ ਮਰਜ਼ੀ ਹੈ ਕੋਈ ਸੜਾ ਗਲਾ ਮਾਸ ਹੋਵੇ, ਹੱਡੀਆਂ ਹੋਣ, ਇਹ ਸਭ ਕੁਝ ਚੱਟ ਕਰ ਜਾਂਦਾ ਵੇ, ਸਭ ਖਾ ਜਾਂਦਾ ਹੈ। ਇਸ ਵਾਸਤੇ ਇਸ ਨੂੰ ਵਿਗਿਆਨਕਾਂ ਨੇ ਸਫਾਈ ਕਰਮੀ ਦਾ ਨਾਮ ਵੀ ਦਿੱਤਾ ਹੈ। ਇਹ ਪ੍ਰਕਿਰਤੀ ਦੀ ਸਫਾਈ ਕਰਦਾ ਹੈ, ਪ੍ਰਦੂਸ਼ਣ ਹੋਣ ਤੋਂ ਬਚਾਉਂਦਾ ਹੈ। ਮਨੁੱਖ ਜਿੱਥੇ ਪ੍ਰਦੂਸ਼ਣ ਕਰਨ ਦੇ ਵਿੱਚ ਅਵਲ ਨੰਬਰ 'ਤੇ ਹੈ, ਪੰਛੀ ਪ੍ਰਦੂਸ਼ਣ ਨੂੰ ਸਾਫ਼ ਕਰਦੇ ਹਨ। ਪੰਛੀਆਂ ਨੂੰ ਸ਼ਾਇਦ ਤਾਂ ਹੀ ਮਹਾਰਾਜ ਨੇ ਆਖਿਆ ਵੀ ਪਸ਼ੂ ਪੰਛੀਆਂ ਨਾਲੋਂ ਮਨੁੱਖ ਜੋ ਹੈ ਇਹ ਗਿਆ ਗੁਜ਼ਰਾ ਹੈ, ਗਿਆ ਗੁਜ਼ਰਾ ਹੈ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਨਾਮਦੇਵ ਜੀ ਨੇ ਜੋ ਜ਼ਿਕਰ ਕੀਤਾ ਹੈ,
मेरी मेरी कैरों करते दुर्योधन से भाई। मेरी मेरी तन मेरा, परिवार मेरा, कारोबार मेरा, राज मेरा, सेना शक्ति मेरी, ताकत मेरी, विद्वता मेरी, गुण मेरे। मनुख दे अंदर हंकार बहुत प्रबल है, मेरा ही मेरा सब कुछ। दुर्योधन से भाई, दुर्योधन वर्गे दुर्योधन दे 100 भरा होर सन। दुर्योधन दे यानी जितना बली दुर्योधन है उतने ही बली इस दे होर भरा भी सन। ये 100 भरा सन। दुर्योधन धृतराष्ट्र दा पुत्र सी। ਇਹਦੇ 100 ਪੁੱਤਰ ਸਨ। 100 ਭਰਾ ਦੁਰਯੋਧਨ ਔਰ ਸਾਰੇ ਇੱਕ ਤੋਂ ਵੱਧ ਇੱਕ ਬਲਿਸ਼ਟ ਪੁੱਤਰ। ਇਹਨਾਂ ਨੇ ਪਾਂਡਵਾਂ ਦੇ ਨਾਲ ਜਦੋਂ ਜੂਆ ਖੇਡਿਆ ਗਿਆ, ਆਪਾਂ ਸਾਰੇ ਇਤਿਹਾਸ ਤੋਂ ਵਾਕਿਫ ਹਾਂ। ਜੂਆ ਜਦ ਖੇਡਿਆ ਗਿਆ, ਪਾਂਡਵ ਵੀ ਖੇਡਣ ਲੱਗ ਪਏ ਨੇ ਜੂਏ ਦੇ ਵਿੱਚ। ਪਾਂਡਵ ਜਿੱਥੇ ਆਪਣਾ ਰਾਜ ਪਾਟ ਹਾਰ ਗਏ, ਖਜ਼ਾਨਾ ਹਾਰ ਗਏ, ਸੈਨਾ ਹਾਰ ਗਏ ਨੇ, ਸਿਰ ਦਾ ਤਾਜ ਹਾਰ ਗਏ ਨੇ, ਉੱਥੇ ਦ੍ਰੋਪਦੀ ਨੂੰ ਵੀ ਹਾਰ ਗਏ ਨੇ। ਦ੍ਰੋਪਦੀ ਇਹ ਵੀ ਇੱਕ ਬੜੀ ਹਾਸੋਹੀਣੀ ਗੱਲ ਹੈ ਕਿ ਦੇਵ ਪੁरुष ਕਹਿਲਾਉਣ ਵਾਲੇ ਧਰਮਰਾਜ ਯੁਧਿਸ਼ਟਿਰ ਆਪਣੀ ਪਤਨੀ ਨੂੰ ਜੂਏ ਵਿੱਚ ਹਾਰ ਜਾਂਦੇ ਨੇ। ਉਹਨਾਂ ਵਾਸਤੇ ਪਤਨੀ ਹਾਰੀ ਜਾ ਸਕਦੀ ਹੈ, ਜਿੱਤੀ ਵੀ ਜਾ ਸਕਦੀ ਹੈ। ਇੱਥੋਂ ਅੰਦਾਜ਼ਾ ਲਾਓ ਕਿ ਇੱਕ ਇਸਤਰੀ ਦੀ ਕੀ ਦਸ਼ਾ ਸੀ ਉਸ ਵਕਤ ਦੇ ਵਿੱਚ, ਕੀ ਦਸ਼ਾ ਹੈ। ਜਿੱਤਣ ਵਾਲਾ ਆਪਣੀ ਮਨ ਮਰਜ਼ੀ ਮੁਤਾਬਕ ਫਿਰ ਜਿੱਤੀ ਹੋਈ ਚੀਜ਼ ਦਾ ਇਸਤੇਮਾਲ ਕਰ ਸਕਦਾ ਹੋਵੇ, ਔਰ ਦੁਰਯੋਧਨ ਨੇ ਇਹ ਕੀਤਾ ਹੋਵੇ। ਮੱਥੇ ਵਾਲ ਦ੍ਰੋਪਦੀ ਆਂਦੀ, ਦੁਰਸ਼ਾਸਨ ਦੀ ਸਭਾ ਵਿੱਚ ਮੱਥੇ ਵਾਲ ਦ੍ਰੋਪਦੀ ਆਂਦੀ। ਫਿਰ ਕੇਸਾਂ ਤੋਂ ਪਕੜ ਕੇ ਇਸ ਨੂੰ ਧੋ ਕੇ ਲਿਆਂਦਾ ਗਿਆ ਸਭਾ ਦੇ ਵਿੱਚ, ਔਰ ਇਸ ਨੂੰ ਨਗਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਗੱਲ ਵੱਖਰੀ ਹੈ ਕਿ ਕ੍ਰਿਸ਼ਨ ਨੇ ਆ ਕੇ ਬਚਾਓ ਕੀਤਾ ਹੈ। ਜਦ ਇਹ ਸਭ ਕੁਝ ਹਾਰ ਗਏ ਨੇ ਤਾਂ ਫਿਰ ਇਹਨਾਂ ਨੂੰ ਦੇਸ਼ ਛੋੜ ਕੇ ਜਾਣਾ ਪਿਆ। ਦੇਸ਼ ਛੋੜ ਕੇ ਜਾਣਾ ਪਿਆ। ਕ੍ਰਿਸ਼ਨ ਨੇ ਆਖਿਆ ਵੀ ਤੂੰ ਇਹਨਾਂ ਨੂੰ 5 ਪਿੰਡ ਦੇ ਦੇ। ਚਲੋ ਸਭ ਕੁਝ ਹਾਰ ਗਏ ਨੇ, ਇਹਨਾਂ ਦੀ ਗਲਤੀ ਹੈ, ਹਾਰ ਗਏ ਸਭ ਕੁਝ। ਤੂੰ ਸਿਰਫ ਇਹਨਾਂ ਨੂੰ 5 ਪਿੰਡ ਦੇ ਦੇ ਤਾਂ ਕਿ ਇਹ ਆਪਣਾ ਗੁਜ਼ਾਰਾ ਕਰਦੇ ਰਹਿਣ। ਦੁਰਯੋਧਨ ਜਿਹਦੇ ਅੰਦਰ ਹੰਕਾਰ ਬਹੁਤ ਪ੍ਰਬਲ ਸੀ, ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ। ਕ੍ਰਿਸ਼ਨ ਨੂੰ ਕਹਿੰਦਾ 5 ਪਿੰਡ ਦੀ ਗੱਲ ਕਰਦੇ ਹੋ, ਮੈਂ ਸੂਈ ਦੇ ਨੱਕੇ ਜਿਤਨੀ ਜਗ੍ਹਾ ਵੀ ਇਹਨਾਂ ਨੂੰ ਨਹੀਂ ਦੇਣੀ ਹੈ। ਸੂਈ ਦੀ ਨੋਕ ਜਿਤਨੀ ਜਗ੍ਹਾ ਵੀ। ਔਰ ਪਾਂਡਵਾਂ ਨੂੰ ਫਿਰ ਦਰ ਦਰ ਭਟਕਣਾ ਪਿਆ ਹੈ। ਪਾਂਡਵ ਗੁਰਬਾਣੀ ਵਿੱਚ ਵੀ ਜ਼ਿਕਰ ਮਿਲਦਾ ਹੈ ਕਿ ਰੋਵ ਹੈ ਪਾਂਡਵ ਭਏ ਮਜੂਰ, ਜਿਨ ਕੇ ਸੁਆਮੀ ਰਹਿਤ ਹਜੂਰ। ਕ੍ਰਿਸ਼ਨ ਵਰਗਾ ਜਿਨ੍ਹਾਂ ਦਾ ਸੁਆਮੀ ਸੀ, ਜਿਨ੍ਹਾਂ ਦੇ ਕੋਲ ਰਹਿੰਦਾ ਸੀ, ਫਿਰ ਵੀ ਉਹ ਪਾਂਡਵ ਵੀ ਮਜੂਰ ਬਣ ਕੇ ਦਰ ਦਰ ਦੀਆਂ ਠੋਕਰਾਂ ਖਾਂਦੇ ਨੇ ਔਰ ਰੋਂਦੇ ਹਨ। ਜੂਆ ਖੇਡਣਾ ਕੋਈ ਚੰਗੀ ਗੱਲ ਨਹੀਂ ਹੈ। ਜੂਆ ਕਿਸੀ ਕਾ ਨਾ ਹੁਆ। ਅਗਰ ਉਹਨਾਂ ਦਾ ਇਹ ਹਾਲ ਹੋ ਸਕਦਾ ਤਾਂ ਅੱਜ ਦੇ ਤਰੀਕ ਵਿੱਚ ਬੰਦਿਆਂ ਦਾ ਕੀ ਹਾਲ ਹੋਵੇਗਾ। ਜੂਆ ਖੇਡਣ ਤੋਂ ਬਾਅਦ ਫਿਰ ਰੋਣਾ ਹੀ ਮਨੁੱਖ ਦੇ ਪੱਲੇ ਰਹਿ ਜਾਂਦਾ, ਹੋਰ ਕੁਛ ਨਹੀਂ ਰਹਿ ਜਾਂਦਾ ਹੈ। ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ, 12 ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ। ਜਦ ਮਹਾਭਾਰਤ ਦੀ ਜੰਗ ਹੋਈ ਹੈ
महाभारत दी। 12 योजन छत्र चले था पांडव, जदों आमने सामने होए ने कौरव ते पांडवां दी जंग होई। महाभारत की बहुत वड्डी जंग 18 दिन तक के चली। लखां बंदे रोज़ दे मारे गए हैं। 12 योजन छत्र चले था देही गिरजन खाई। 12 योजन दुर्योधन का इतना वड्डा राज सी, क्योंकि 100 ते दे भरा सन, अपने वर्गे बलिष्ठ जवान ताकतवर। कहते ने जिस वक्त दुर्योधन महाभारत की जंग वेले अपने सैना का मुआयना करने वास्ते निकलिया है भी कितनी क सेना है मेरी ते कौन कौन आया है। 12 योजन तक दुर्योधन की सेना फैली हुई सी। 12 योजन तक। योजन 4 कोह का 1 योजन होंदा, 12 चौक 48 योजन 48 कोह बन गए ने। 12 योजन दे 48 कोह बन गए हैं। और 1 कोह दे विच तकरीबन कोई 2.5 किलोमीटर बनते ने 1 योजन दे विच। इस हिसाब नाल अंदाज़ा लाइए तो 120 किलोमीटर तक दुर्योधन की सेना फैली हुई सी। 120 किलोमीटर। दुर्योधन जदों अपनी सेना का मुआयना करने वास्ते निकलिया है तो इतिहास, महाभारत का इतिहास कहता है कि जेड़े छोटे मोटे राजे महाराजे जो आए हुए सन लड़न वास्ते दुर्योधन की सेना दे नाल, उन्हां राजियां ने दुर्योधन के उत्ते छत्र चुला के ते दुर्योधन का स्वागत किया सी। जदों अपनी सेना का मुआयना करन गया भी कौन कौन आया हुआ। दुर्योधन का इतना सत्कार सी कि जब दुर्योधन सामने आउंदा तो कोई भी राजा अपने सिर दे उत्ते छत्र नहीं सी रखदा, बल्कि आए हुए राजे दुर्योधन वास्ते छत्र पेश कर देंदे सन। 12 योजन छत्र चले था देही गिरजन खाई। महाभारत की जदों जंग हुई है, आमने सामने जदों होए ने, भीष्म पितामह नूं जिस वक्त औरंगजेब अपने अर्जुन ने तीर मारे ने, अर्जुन ने उन्हें इतने तीर मारे कि सारा शरीर ही उसने छलनी करके रख दिता। सारा शरीर जदे रथ तो थल्ले डिग्या है ना भीष्म पितामह, इहदा शरीर जमीन दे उत्ते नहीं लगा है, क्योंकि तीर इतने सन कि तीरां ने जमीन नूं पकड़िया ते भीष्म पितामह दा शरीर जमीन तो उच्चा ही रह गया है, जिवें तीरां दी सैया बनाई होवे, सेज बनाई होवे, उन्हां दे उत्ते पिया होया है। दुर्योधन नूं जदों पता लगा कि भीष्म पितामह नूं तीर लगे ने और वो जख्मी हो गए ने, क्योंकि भीष्म पितामह दुर्योधन की तरफों लड़ रहा सी। जिस वक्त दुर्योधन नूं पता लगा तो ये देखण वास्ते आया भी मैं चल के देखा भीष्म पितामह नूं इतने तीर लगे ने। उस वक्त अपनी सेना के सब तो पिछले हिस्से भी सी, सब तो पिछले हिस्से भी। ये जब देखण वास्ते आया तो 12 योजन छत्र चले था। जब वापस आया ना तो जितने राजे महाराजे जो लड़ रहे सन दुर्योधन की तरफों, उन्होंने सारिया ने छत्रां की छां करके ते दुर्योधन नूं उत्थों कढ़िया सी अपने अपनी सेना के अगों। सारिया ने मिल के छां कीती है, छत्र चुलाए हैं। 12 योजन छत्र चले था देही गिरजन खाई। गिरजन जो पाठ है ये 2 तरह आउंदा है। एक तो पाठ है देही गिरज ना खाई, नन्ना वखरा है।
एक पाठ करते ने इकट्ठे, देही गिरजन खाई। देही गिरजन खाई। जिस वक्त महाभारत की जंग हुई, रोज़ाना ਲੱਖਾਂ ही लोग मारे गए, तो उन्होंने देहियां नूं गिरजा ने आके खाधा, क्योंकि गिरज का काम यही है मुर्दार खाना। जदों कोई मरन लगता तो गिद्धां नूं ते चा चढ़ जाता है, उन्होंने वास्ते तो बहुत वड्डा उत्सव फंक्शन हो जाता वे। देही गिरजन खाई, गिरजा ने आके देही खाधी। एक अर्थ ये भी किए जाते ने, देही गिरज ना खाई। लखां दी मौत होई पर देही गिरज ना खाई, गिरजा ने देही नहीं खाधी है। बिल्कुल ये कह देना कि गिरजा ने देही खाधी नहीं, ये तो बिल्कुल गलत हो जाएगा, क्योंकि गिरजा का तो काम ही ये है कि मुर्दार नूं खाना, उन्हां दा मूल भोजन ही ये है मांस खाना। देही गिरजन खाई। जदों असी महाभारत नूं पढ़दे हाँ, जिस वक्त दुर्योधन नूं ये पता लगा कि भीमसेन ने मेरा वध करना है, भीमसेन ने, क्योंकि भीमसेन ने प्रण किया सी, जिस वक्त द्रौपदी का चीर हरण किया गया, उन्हें प्रण किया सी कि मैं इनू मार के इहदे खून दे नाल द्रौपदी दे केस धोवांगा। मैं प्रण सी उहदा, इसनूं मैं ही मारांगा इसनूं। दुर्योधन भी ये जानदा सी कि मेरा बचना हुण बड़ा मुश्किल काम है, बहुत मुश्किल है। भावें इहनूं हंकार बहुत सी, अपनी ताकत दा, अपने भरावां दे बल दा, होर राजे महाराजियां दा, अपने राज दा अभिमान बहुत सी, पर फिर भी इस नूं डर तो है सी कि मैं बच नहीं सकता हाँ। इहदी जिहड़ी माँ है गांधारी, जिस वक्त इसका विआह होया धृतराष्ट्र दे नाल, उस वक्त क्योंकि धृतराष्ट्र अखां तो अंधा सी, गांधारी ने भी ये प्रण किया कि जब मेरा पति दुनिया नहीं देख सकता तो फिर मैं इहदे नाल रह के दुनिया देख के की करनी है, मैं भी अपनी अखां ते पट्टी बन लैना वा। ये उसका पति दे प्रति त्याग समझ लवो। उन्हें अपनी अखां ते पट्टी बन लई सी। दुर्योधन जब आया अपनी माँ नूं मिलण वास्ते, माँ नूं बड़ी चिंता सी अपने पुत्र दी भी, इन्हें गलतियां बहुत वड्डियां कीतियां ने, बचना इसदा बड़ा मुश्किल है, क्योंकि पांडवां दे नाल एक तां सत है, दूजा कृष्ण है, बचना मुश्किल है इसरा। गांधारी ने, दुर्योधन की माँ ने इसनूं आख्या भी जे तू एक काम करें तो तू बच सकना, एक काम करें। केड़ा? गांधारी कहती है मैं जदों दा मेरा विआह होया तेरे पिता नाल, मैं अपनी अखां दे उत्ते पट्टी बन्नी हुई है, किसे नूं गलत नज़र नाल नहीं देखिया, पराए मर्द नूं नहीं देखिया है, मेरी नज़र कदी मैली नहीं हुई है। मेरी नज़र दे विच अखां दे विच ऐसी सता आ गई है कि मैं जिस नूं भी देखांगी, अखां दी पट्टी खोल के जिहदे उत्ते नज़र पवेगी ना, वो वज्र दा बन जाएगा, उसदी शरीर जिहड़ा है लोहे वर्गा मजबूत हो जाएगा, उन्होंने कोई मार नहीं सकता, फिर उन्होंने कोई मार नहीं सकेगा। फिर जे तू सारे बस्तर उतार के मेरे सामने आ जाए, मैं तेरे उत्ते दृष्टि पा दियाँ, तेरा शरीर मजबूत बन गया वज्र वर्गा, फिर तू मर नहीं सकेगा, तू बच सकना है। दुर्योधन थोड़ा तो हिचकिचाया बई नगन हो के माँ दे सामने आना, पर क्योंकि मौत सामने सी, उन्हें आख्या ठीक है। जिस वक्त दुर्योधन निर्वस्त्र हो के माँ दे सामने जान लगा,
अगों कृष्ण मिल पए। कृष्ण ने हैरान हो के पूछया भी राजन निर्वस्त्र हो के कित्थे चले हो। दुर्योधन ने सच कह दिता, माँ दे सामने चलिया उहदी दृष्टि पवेगी, शरीर वज्र दा बन जाएगा, मजबूत हो जाएगा, कोई मैनू मार नहीं सकेगा, भीम दी प्रतिज्ञा अधूरी रह जाएगी। कृष्ण ने सोचा भी ये तो काम बड़ा गलत हो जाना जे इस तरह हो गया तो। कृष्ण कहता भी ये गल तो ठीक है, माँ की दृष्टि च ऐसी ताकत है, कर सकती है वो, लेकिन बचपन दे विच तां गल होर होंदी है भी माँ दे सामने नगन होवे बच्चा कोई गल नहीं, पवित्रता होंदी है, पर युवा अवस्था दे विच तां ये ठीक नहीं ना। दुर्योधन भी सोची पै गया भी की करा मैं। कृष्ण ने बड़ी चलाकी दे नाल आख्या तैनू वस्त्र पाण वास्ते मना कीता वे, तू कोई होर तरीका अपना। तो मैं की करा। कृष्ण कहंदे ने तू वस्त्र ना पा, तू एक केले दा पत्ता लैके ते अपने नंगेज नू ढक लै ते बाकी सारा शरीर नगन रवे, कोई गल नहीं है। आखिर माँ दे सामने जाना मैं, उन्हें वस्त्र पहनने तो मना किया है, ये तो वनस्पति है, ये तो पत्ता है। दुर्योधन भी समझ गया, कहता गल तो ठीक है तुहाडी, वस्त्र पहनने तो मना किया है। उन्हें एक केले का पत्ता अपने लक नाल बन्निया और माँ दे सामने चला गया। जब उसने पट्टी खोल के दृष्टि पाई तो माँ भी हैरान होगी भी यह तू की कीता है, क्योंकि पेट तो थल्ले दा तड़ और गोडियां तो उपर दा तड़ केले दा पत्ता बन्नण करके वो जगह जिस तरह है सी उस तरह ही रही। जिस जिस हिस्से दे उत्ते गांधारी दी दृष्टि पई है वो शरीर मजबूत हो गया है, वो शरीर मजबूत हो गया है। फिर जब महाभारत की जंग हुई तो फिर कृष्ण ने भीम नू दस्या भी दे पेट तो थलवें हिस्से दे विच वार कर, तां फिर इसकी मौत हुई है। देही गिरजन खाई अर्थ कीते जांदे ने कि शरीर दुर्योधन दा इतना मजबूत हो गया सी, पत्थर वर्गा लोहे वर्गा, गिरजा कलों उसकी देही खाधी नहीं गई है। गिरजा कलों अर्थ दोनों ही ठीक ने। एक अर्थ ये भी कीते जाते हैं कि लखां लाशां रोज़ डिगदियां ने, लखां ही लाशां, तो गिरजां कितनियां कु होणगियां, चलो हज़ारां भी होण, लखां लाशां तो नहीं ना खा सकदियां ने। देही गिरजन खाई, लाशां इतनियां डिगियां ने, इतनियां लाशां डिगियां कि गिरजां कलों भी खाधी नहीं गईयां, उन्हां दे भी पेट भर गए, पर फिर भी लाशां सड़दियां रहियां ने, रुलदियां ही रहियां ने। फिर जिहड़ा हिस्सा दुर्योधन दा पत्थर वर्गा सी, हो सकदा वो ना खाधा गया होवे, बाकी हिस्सा तो खाधा ही सी ना। एक गल ये भी प्रचलित है कि कोई अकीर्त कण बंदा, बहुत ही अकीर्त कण जदों मरदा है ना, उहदे शरीर नूं फिर कुत्ते बिल्लियां पंछी भी नहीं खांदे हन, क्योंकि इसने बहुत वड्डा पाप कीता सी। भरी सभा दे विच अपने गुरु दे सामने, कुल गुरु दे सामने, भीष्म पितामह दे सामने, अपने पिता दे सामने, दरबारियां दे सामने इसने द्रौपदी नूं नगन करन दा घोर अपराध कीता सी। तो इस अकीर्त कण दी लाश नूं गिरजा ने भी नहीं खाधा है, अकीर्त कण दी लाश नूं। दोनों ही अर्थ सही हैं। जैसे किसी ब्याह शादी ते जाइए, उत्थे भावें हज़ारां बंदे आए होण, पर अगले ने भोजन इतना बनाया सी कि लोकां कोलों खाधा ही नहीं गया। हुण खाधा ते है, पर इतना भोजन सी कि खाधा नहीं गया। लाशां इतनियां सन कि गिरजां कोलों भी खाधियां नहीं गईयां, खाधियां तां हैन पर खाधियां नहीं गईयां, वो लाशां रुलदियां ही रहियां हैं। इतना
जिस दा वड्डा इतना राज सी, मेरी मेरी कैरों करते दुर्योधन से भाई, जिदे अपने वर्गे बलिष्ठ भरा सन, 12 जोजन छतर चले था, देही गिरजन खाई। 12 जोजन तक जिदा राज चलदा सी, जिदी सैना खड़ी सी 12 जोजन तक, कोई पत्ता भी हिल नहीं सी सकदा। ऐसे दा भी ये हाल होया कि उदी देही नूं गिरजा ने भी नहीं खाता है। हंकार करन दा ये हाल हुंदा है। कोई मौत कोलों बच सके ये कदी हो नहीं सकता, कुदरत दा एक निज़म है। लेकिन मेरी मेरी बंदा हंकार दे विच ऐसा मस्त हो जांदा वे, हंकार दे मद दे विच ऐसा फस जांदा है, सोचदा शायद मैं मरना ही नहीं है कदी। गुरबाणी कहंदी कि मेरी मेरी क्या करह, जिन दिया सो प्रभ लोड़, सर पर उठी चलना छड़ जासी लख करोड़। तू मेरी मेरी की करदा है, सर पर उठी चलना छड़ जासी लख करोड़। एक ना एक दिन तो संसार तो उठ के चलना ही है ना, एक ना एक दिन। कोई रह तो नहीं ना सकता है, कोई भी कोई बच सके जो उपजो सो बिना सह परो आज के काल। कोई भी बच नहीं सकता है इस तो। राणा राव न को रहे रंग, न तुंग फकीर, वारी आपो अपनी कोई न बन्ने तीर। कोई पावें राजा है, पावें महाराजा है, पावें अमीर है तो पावें गरीब है, ये तो आपो अपनी वारी एक न एक दिन जाना ही पैना है, मरना ही है। गुरु गोबिंद सिंह महाराज कहते ने, जीत फिरे सब देश दसान को, बाजत ढोल मृदंग निगारे, गुंजत गूढ़ गजान के सुंदर, हिंसत है राज हजारे, पूत पविख पवान के पूपत, कौन गने नहीं जात बिचारे, श्रीपत श्री भगवान भजे बिन, अंत को अंत के धाम सिधारे। बड़े बड़े राजे महाराजे जिन्हां दे कई कई जोजन तक छत्र चलते सन, जिन्हां दे दरवाजियां दे उत्ते ढोल मृदंग नगारे वजदे सन, सोहणे हाथी घोड़े चिंगाड़दे सन, जिन्हां दे दरवाजियां दे उत्ते जिन्हां दी गिणती नहीं कीती जा सकती है। महाराज कहंदे ने, श्रीपत श्री भगवान भजे बिन, अंत को अंत के धाम सिधारे। श्रीपत लक्ष्मीपति परमेश्वर परमात्मा जो माया दा पति है, उस दे सिमरन तो बिना, उदी बंदगी तो बिना, अंत को अंत के धाम सिधारे। अंत नूं बंदा फिर नरकां दे विच ही पैंदा वे, नरकां दे विच। गुरबाणी कहंदी है, मेरी मेरी करते जन्म गयो। बंदे दा मैं मेरी करदियां ही जन्म ही निकल जांदा है, बीत जाता है। बड़ियां सुंदर पंक्तियां हन। कनक कनक ते 100 गुणी, मादकता अधिकाए, वाह खाए बौराए नर, वाह पाए बौराए। कनक एक अक, जिन्हों असी पंजाबी च अक कह दिंदे, हिंदी ततूरा कहंदे ने। इहदे विच नशा हुंदा वे। ये कहते कनक कनक ते 100 गुणी। कनक दतूरे नूं कहंदे ने, कनक सोना धन नूं कहंदे ने। कनक कनक ते 100 गुणी, ततूरे नालों भी 100 गुणा ज़्यादा नशा धन दे विच है, ततूरे नालों भी, अक नालों भी। वाह खाए बौराए नर, जिहड़ा अक खा लवे ना वो पागल हो जांदा वे। वाह खाए बौराए नर, वाह पाए बौराए। अक नूं खाण नाल बंदा पागल हो जांदा है, सोना चांदी धन दौलत प्राप्त करन नाल बंदा पागल हो जांदा है। बड़ियां सुंदर पंक्तियां हन।
ਇਹਦੇ ਸ਼ਬਦ ਦੀਆਂ ਜੋ ਅਗਲੀਆਂ ਪੰਕਤੀਆਂ ਨੇ ਇੱਕ ਹੋਰ ਪ੍ਰਮਾਣ ਦਿੱਤਾ ਹੈ। ਸਰਬ सोयन की लंका होती रावण से अधिकाई कहाँ गए दर बांधे हाथी खिन में पई पराई। एक खिन ਦੇ ਵਿੱਚ ਜਿਹਦੀ ਸੋਨੇ ਵਰਗੀ ਲੰਕਾ ਸੀ, ਸਭ ਪਰਾਇਆ ਹੋ ਗਿਆ ਵੇ, ਸਭ ਕੁਝ ਪਰਾਇਆ। ਪਰ ਸੋਚਦੇ ਨੇ ਸ਼ਾਇਦ ਅਸੀਂ ਨਹੀਂ ਮਰਨਾ, ਮੈਂ ਮੇਰੀ ਵਿੱਚ ਇਸੇ ਤਰ੍ਹਾਂ ਹੀ ਬੰਦਾ ਫਸ ਕੇ ਮੇਰੀ ਮੇਰੀ ਕਰਤੇ ਜਨਮ ਗਇਓ, ਜਨਮ ਹੀ ਬੀਤ ਜਾਂਦਾ ਹੈ। ਖੈਰ ਸਮਾਂ ਹੋ ਚਲਿਆ। ਗਿੱਧ ਇੱਕ ਐਸਾ ਪੰਛੀ ਹੈ ਜਿਹਦਾ ਕੰਮ ਹੈ ਮਾंस ਨੋਚ ਕੇ ਖਾਣਾ, ਜੀਵਾਂ ਦਾ, ਮਰੇ ਹੋਏ ਪਸ਼ੂਆਂ ਦਾ ਮਾंस ਖਾਣਾ, ਉਹਦਾ ਕੰਮ ਹੀ ਐਸਾ ਹੈ। ਗਿੱਧ ਬੜੀ ਉੱਚੀ ਉਡਾਰੀ ਉੱਡਦਾ ਵੇ, ਬਹੁਤ ਉੱਚੀ, ਪਰ ਇਤਨਾ ਉੱਚਾ ਉੱਡ ਕੇ ਵੀ ਉਹਦੀ ਨਿਗਾਹ ਜਿਹੜੀ ਹੈ ਉਹ ਮੁਰਦਾਰ ਦੇ ਉੱਤੇ ਹੀ ਹੁੰਦੀ ਹੈ, ਮੁਰਦੇ ਦੇ ਉੱਤੇ। ਕਦੋਂ ਕੋਈ ਮਰੇ ਤੇ ਮੈਂ ਉਹਦੇ ਉੱਤੇ ਬਹਿ ਕੇ ਤੇ ਉਸ ਨੂੰ ਖਾਵਾਂ। ਫਿਰ ਮੈਂ ਕਈਆਂ ਦਾ ਉੱਡਣਾ ਬੜਾ ਉੱਚਾ ਹੁੰਦਾ ਵੇ, ਉਡਾਨ ਬੜੀ ਉੱਚੀ ਆਉਂਦੀ ਹੈ। ਜੈਸੇ ਕਈ ਧਰਮ ਦੀਆਂ ਵੱਡੀਆਂ ਪੋਸਟਾਂ ਦੇ ਉੱਤੇ ਬੈਠੇ ਨੇ, ਸਮਾਜ ਦੀਆਂ ਉੱਚੀਆਂ ਕੁਰਸੀਆਂ ਦੇ ਉੱਤੇ ਬੈਠੇ ਹੋਏ ਨੇ, ਲੇਕਿਨ ਨਿਗਾਹ ਉਹਨਾਂ ਦੀ ਮੁਰਦਾਰ 'ਤੇ ਹੀ ਆਉਂਦੀ ਹੈ। ਕਦੋਂ ਕੋਈ ਮਰੇ ਤੇ ਮੈਂ ਉਹਨੂੰ ਨੋਚ ਕੇ ਖਾਵਾਂ। ਮੈਂ ਇਸੇ ਤਰ੍ਹਾਂ ਹੀ ਹਾਲ ਹੁੰਦਾ ਹੈ ਬਸ। ਗਿੱਧ ਜੈਸੇ ਨੋਚ ਨੋਚ ਕੇ ਖਾਂਦਾ ਹੈ ਨਾ, ਬੰਦਾ ਵੀ ਕੋਈ ਘੱਟ ਨਹੀਂ ਹੈ ਗਿੱਧ ਤੋਂ। ਕੋਈ ਭੈਣ ਭਰਾ ਨੂੰ ਨੋਚ ਕੇ ਖਾਂਦਾ ਵੇ, ਕਈ ਆਪਣੇ ਮਾਂ-ਬਾਪ ਨੂੰ ਨੋਚ ਨੋਚ ਕੇ ਖਾਂਦੇ ਨੇ। ਸਾਰੀ ਜ਼ਿੰਦਗੀ ਉਹਨਾਂ ਨੇ ਮਿਹਨਤ ਕਰਕੇ ਜ਼ਮੀਨ ਜਾਇਦਾਦ ਬਣਾਈ, ਪਾਲ ਪੋਸ ਕੇ ਵੱਡਾ ਕੀਤਾ, ਬੁਢਾਪੇ ਵਿੱਚ ਵਿਚਾਰਿਆਂ ਨੂੰ ਵਰਧ ਆਸ਼ਰਮ ਦੇ ਵਿੱਚ ਛੱਡ ਆਉਂਦੇ ਨੇ, ਸਾਰੇ 'ਤੇ ਕਬਜ਼ਾ ਕਰਕੇ। ਨੋਚ ਕੇ ਹੀ ਖਾਣਾ ਹੈ, ਹੋਰ ਕੀ ਹੈ, ਗਿੱਧ ਦੀ ਤਰ੍ਹਾਂ ਨੋਚ ਕੇ ਖਾਣਾ। ਕਈ ਮਿੱਤਰ ਨੂੰ ਖਾ ਜਾਂਦੇ ਹਨ। ਮੈਂ ਤਾਂ ਦੇਖ ਕੇ ਹੈਰਾਨ ਹਾਂ, ਕਈ ਲੋਕ ਇੰਤਜ਼ਾਰ ਕਰਦੇ ਪਏ ਹੁੰਦੇ ਨੇ, ਜਿਵੇਂ ਗਿੱਧ, ਉਹਨੂੰ ਪਤਾ ਲੱਗ ਜਾਂਦਾ ਹੈ ਫਲਾਣਾ ਪਸ਼ੂ ਮਰਨ ਵਾਲਾ ਹੈ, ਤਾਂ ਪਹਿਲੇ ਹੀ ਆ ਕੇ ਬੈਠ ਜਾਂਦੇ ਨੇ ਵੀ ਇਹ ਮਰੇ ਤੇ ਅਸੀਂ ਇਹਦੇ ਉੱਤੇ ਟੁੱਟ ਕੇ ਪੈ ਜਾਈਏ। ਕਈ ਮਾਂ ਪਿਓ ਦੇ ਮਰਨ ਦਾ ਇੰਤਜ਼ਾਰ ਕਰਦੇ ਰਹਿੰਦੇ ਨੇ, ਕਦੋਂ ਇਹ ਮਰਨ ਤੇ ਅਸੀਂ ਉੱਤੇ ਬਹਿ ਜਾਈਏ, ਫਿਰ ਨੋਚ ਕੇ ਖਾਈਏ ਇਹਨਾਂ ਨੂੰ। ਭੈਣ ਭਰਾ ਨੂੰ ਨੋਚ ਕੇ ਖਾ ਜਾਂਦੇ ਨੇ, ਮਿੱਤਰ ਨੂੰ ਨੋਚ ਕੇ ਖਾ ਜਾਂਦਾ ਵੇ, ਨੇਤਾ ਦੇਸ਼ ਨੂੰ ਨੋਚ ਕੇ ਖਾ ਜਾਂਦੇ ਹਨ, ਇੱਕ ਡੇਰੇ ਦੇ ਦੂਸਰੇ ਡੇਰੇ ਵਾਲਿਆਂ ਨੂੰ ਨੋਚ ਕੇ ਖਾ ਜਾਂਦੇ ਹਨ। ਇਸ ਤਰ੍ਹਾਂ ਹੀ ਅਸੀਂ ਕਹਿ ਸਕਦੇ ਹਾਂ ਬਸ। ਜਦੋਂ ਦਾ ਇਹ ਲੋਕਡਾਊਨ ਲੱਗਿਆ ਨਾ, ਤੁਸੀਂ ਦੇਖਿਆ ਹੋਣਾ, ਲੋਕਡਾਊਨ ਦਾ ਸੁਣਦਿਆਂ ਹੀ, ਸਿਰਫ ਸੁਣਦਿਆਂ ਹੀ ਬਾਜ਼ਾਰਾਂ ਦੇ ਵਿੱਚ ਵਸਤੂਆਂ ਦੇ ਭਾਅ ਡਿਓਡੇ ਦੁੱਗਣੇ, 10 ਗੁਣੇ, 50 ਗੁਣੇ ਤੱਕ ਹੋ ਗਏ ਨੇ। ਸੁਣਨ ਤੋਂ ਬਾਅਦ ਹੀ ਖਾਣ ਪੀਣ ਦੀਆਂ ਵਸਤੂਆਂ ਦੇਖ ਲਓ ਤੁਸੀਂ, ਡਿਓਡੇ ਭਾਅ ਹੋ ਗਏ ਨੇ। ਅੱਜ ਹੀ ਅਖਬਾਰ ਵਿੱਚ ਆਇਆ ਹੋਇਆ, ਸਬਜ਼ੀਆਂ ਦੇ ਭਾਅ ਦੁੱਗਣੇ ਹੋ ਗਏ ਨੇ, ਡਿਓਡੇ ਤੋਂ ਦੁੱਗਣੇ ਤੱਕ। ਡਾਕਟਰਾਂ ਨੇ ਕਹਿ ਦਿੱਤਾ ਵੀ ਵਿਟਾਮਿਨ ਸੀ ਯੁਕਤ ਜਿਹੜੇ ਫਲ ਫਰੂਟ ਨੇ ਉਹ ਖਾਓ, ਭਾਅ ਉਹਨਾਂ ਦੇ ਦੁੱਗਣੇ ਚੌਗਣੇ ਹੋ ਗਏ ਨੇ। ਸੁਣਨ ਦੀ ਗੱਲ ਦੇਰ ਹੈ ਬਸ। ਦਵਾਈਆਂ ਜੋ ਆਮ ਕਰਕੇ ਮਰੀਜ਼ਾਂ ਵਾਸਤੇ ਉਪਲਬਧ ਹੋਣੀਆਂ ਚਾਹੀਦੀਆਂ ਨੇ, ਬਲੈਕ ਹੋ ਰਹੀਆਂ ਨੇ, ਸਟਾਕ ਕੀਤੇ ਜਾ ਰਹੇ ਨੇ ਦੁੱਗਣੀਆਂ ਰੇਟਾਂ, 4 ਗੁਣਾ ਰੇਟਾਂ। ਰੈਮਡੇਸਿਵਿਰ ਜਿਹੜਾ ਇੰਜੈਕਸ਼ਨ ਹੈ ਕਰੋਨਾ ਵਾਸਤੇ, ਜੋ ਉਪਯੋਗੀ ਇੰਜੈਕਸ਼ਨ ਹੈ, 700 ਰੁਪਏ ਦਾ ਇੰਜੈਕਸ਼ਨ, ਕਿਧਰੇ 7,000, 20,000, 30,000 ਤੱਕ। ਇਹ ਗਿੱਧ ਦੀ ਤਰ੍ਹਾਂ ਨੋਚ ਕੇ ਹੀ ਖਾਣਾ ਹੈ, ਹੋਰ ਕੀ ਹੈ, ਗਿੱਧ ਦੀ ਤਰ੍ਹਾਂ। ਆਕਸੀਜਨ ਦੇ ਸਿਲੰਡਰ ਦੀ 10 ਗੁਣਾ ਰੇਟ, 20 ਗੁਣਾ ਰੇਟ ਮਿਲਦੀਆਂ ਨਹੀਂ ਪਈਆਂ ਹਨ ਬਾਜ਼ਾਰਾਂ। ਲੋਕੀ ਕਈ ਸਟਾਕ ਕਰਕੇ ਬੈਠੇ ਨੇ। ਟੀਵੀ ਦੇਖੋ ਨਾ, 2-3 ਵੱਡੀਆਂ ਫਰਮਾਂ ਜਿਹੜੀਆਂ ਹੁਣ ਗਾਇਬ ਹੋ ਗਈਆਂ ਨੇ, ਉਹਨਾਂ ਨੇ ਕਰੋੜਾਂ ਰੁਪਈਆ ਕਮਾਇਆ ਹੋਵੇ, ਕਰੋੜਾਂ ਰੁਪਈਆ ਆਕਸੀਜਨ ਦੇ ਵਿੱਚੋਂ। ਇਸੇ ਤਰ੍ਹਾਂ ਹੀ ਹੌਸਪੀਟਲ ਦੇ ਵਿੱਚ ਦੇਖੋ, ਜਿਹੜਾ ਬੈੱਡ 4,000 ਵਿੱਚ ਮਿਲ ਜਾਂਦਾ ਸੀ, 40,000 ਰੁਪਏ ਇੱਕ ਦਿਨ ਦੇ, 24 ਘੰਟੇ ਦੇ। ਦਵਾਈਆਂ ਦਾ ਖਰਚਾ
ਵੱਖਰਾ ਹੈ। ਐਂਬੂਲੈਂਸ 5-7 ਕਿਲੋਮੀਟਰ ਜਾਣਾ ਹੋਵੇ 10,000 15-20,000 ਤੱਕ ਇੱਕ ਗਿੱਧ ਦੀ ਤਰ੍ਹਾਂ ਨੋਚ ਕੇ ਖਾਣ ਵਾਲਾ ਹੀ ਕੰਮ ਹੈ, ਹੋਰ ਕੋਈ ਕੰਮ ਨਹੀਂ ਹੈ। ਗਿੱਧਾਂ ਦੀ ਤਰ੍ਹਾਂ ਹੀ ਬਸ। ਸ਼ਮਸ਼ਾਨ ਘਾਟ ਵਿੱਚ ਦੇਖੋ ਤੁਸੀਂ, ਸ਼ਮਸ਼ਾਨ ਘਾਟ, ਉੱਥੇ ਲਾਸ਼ਾਂ ਨੂੰ ਨੋਚ ਰਹੇ ਨੇ, ਲੱਕੜਾਂ ਬਲੈਕ ਕੀਤੀਆਂ ਜਾ ਰਹੀਆਂ ਹਨ, ਕਫਨ ਰੇਟ ਦੁੱਗਣੇ ਹੋ ਗਏ ਨੇ, ਲਾਸ਼ਾਂ ਨੂੰ ਲੈ ਕੇ ਪੈਸੇ ਲੈ ਕੇ ਵੀ ਅਸੀਂ ਇਹਨਾਂ ਦਾ ਸੰਸਕਾਰ ਕਰ ਦਿਆਂਗੇ, ਨਦੀ ਵੀ ਸੁੱਟ ਦਿੰਦੇ ਨੇ, ਪਾਣੀ ਵੀ। ਸਾਰੇ ਤੁਸੀਂ ਟੀਵੀ 'ਤੇ ਖਬਰਾਂ ਸੁਣ ਰਹੇ ਹੋ। ਇਹ ਸਮਝ ਲਵੋ ਕਿ ਗਿੱਧਾਂ ਵਾਲਾ ਹੀ ਕੰਮ ਹੈ, ਹੋਰ ਕੋਈ ਕੰਮ ਨਹੀਂ ਹੈ। ਬੜੀਆਂ ਸੁੰਦਰ ਪੰਕਤੀਆਂ ਹਨ ਕਿ ਇੱਕ ਗਰੀਬ ਬੰਦਾ ਜਦੋਂ ਆਪਣਾ ਹੱਕ ਮੰਗਦਾ ਹੈ ਨਾ, ਤਾਂ ਉਹਦਾ ਵਿਚਾਰੇ ਦਾ ਫਿਰ ਬਹੁਤ ਵੱਡਾ ਗੁਨਾਹ ਬਣ ਜਾਂਦਾ ਹੈ ਜੋ ਹੱਕ ਮੰਗੇ। ਤੇ ਜਿਹੜੇ ਲੁੱਟ ਕੇ ਦੁਨੀਆ ਨੂੰ ਖਾ ਗਏ ਹਨ, ਉਹਨਾਂ ਦਾ ਜ਼ਿਕਰ ਤੱਕ ਵੀ ਨਹੀਂ ਹੁੰਦਾ ਹੈ ਉਹਨਾਂ ਦਾ। ਅਗਰ ਹਮ ਆਹ ਵੀ ਕਰਤੇ हैं तो बदनाम हो जाते हैं, अगर हम आह भी करते हैं तो बदनाम हो जाते हैं, और वो कत्ल भी करते हैं तो जिक्र नहीं होता है। ਵੱਡੇ ਵੱਡੇ ਜਿਹੜੇ ਲੋਕ, ਨੇਤਾ ਲੋਕ, ਹੋਰ ਪ੍ਰਤਿਸ਼ਠਿਤ ਲੋਕ, ਧਨਵਾਨ ਲੋਕ ਜੋ ਲੁੱਟ ਕੇ ਖਾ ਗਏ ਨੇ, ਉਹਨਾਂ ਦਾ ਜ਼ਿਕਰ ਤੱਕ ਨਹੀਂ ਹੁੰਦਾ। ਗਰੀਬ ਬੰਦਾ ਆਪਣਾ ਹੱਕ ਵੀ ਨਹੀਂ ਮੰਗ ਸਕਦਾ ਹੈ। ਇਹ ਗਿੱਧ ਦੀ ਤਰ੍ਹਾਂ ਨੋਚ ਕੇ ਹੀ ਖਾਣਾ ਹੈ ਨਾ। ਹੁਣ ਜਦੋਂ ਬਹੁਤ ਸਾਰੀਆਂ ਲਾਸ਼ਾਂ ਦੇਖੀਆਂ ਨਾ ਟੀਵੀ 'ਤੇ, ਰੋਜ਼ ਖਬਰਾਂ ਆ ਰਹੀਆਂ ਨੇ, ਲਾਸ਼ਾਂ ਦੇ ਕੀ ਹਾਲ ਹੋ ਗਏ ਨੇ। ਕੁੱਤੇ ਬਿੱਲੀਆਂ ਖਾ ਰਹੇ ਨੇ ਲਾਸ਼ਾਂ ਨੂੰ, ਕਊਏ ਖਾ ਰਹੇ ਨੇ ਇਨਸਾਨ ਦੀਆਂ ਲਾਸ਼ਾਂ ਨੂੰ। ਦਾਸ ਨੇ 2 ਪੰਕਤੀਆਂ ਲਿਖੀਆਂ ਨੇ, पशु पंछी भी छोड़ गए लाशों को देखकर, पशु पंछी भी छोड़ गए लाशों को देखकर, इंसान ही काफ़ी है इंसान को नोचने के लिए। बंदे नूं नोच नोच के खाण वास्ते बंदा ही काफ़ी है बस। हुण तां गिद्धां दी लोड़ ही नहीं। असी जदों पढ़दे आ ना विग्यानकां नूं जां सुणीए, कहंदे ने गिद्ध गैब हो गए ने, केवल 10% गिद्ध रह गए ने बस, है ही नहीं दुनिया, नज़र ही नहीं आते हैं। पर करोना ने उजागर कर दिता है कि कितने गिद्ध दुनिया दे विच मौजूद ने, जिहड़े इंसान ही इंसानां नूं नोच नोच के खा रहे हैं। अज इंसान ही, शायद इसे वास्ते गुरु अर्जन देव जी नूं कहना पिया कि करतूत पशु की मानस जात लोक पचारा, करे दिन रात। की होया तू मनुख है, तेरिया करतूतां ते पशुआं वालियां ही ने ना, गिद्ध वालियां ही ने। नोच नोच के खाना किसे गरीब नूं, किसे अपने नूं, देश नूं, कौम नूं। शायद इसे वास्ते महाराज ने क्या होना है। खैर सतगुर सच्चे पातशाह जी मेहर करन, किरपा करन। मेरी मेरी कैरो करते दुर्योधन से भाई, 12 जोजन छतर चले था देही गिरजन खाई। इतनियां लाशां डिगियां कि गिरजां कोलों भी लाशां खादियां नहीं गईयां हन। हंकार करन वाले दा यही हाल हुंदा है। सतगुर सच्चे पातशाह दी मेहर करन, किरपा करन, हंकार तो असी बच सकीए, हालांकि बचना बड़ा मुश्किल काम है। सतगुरु ही किरपा करन। कर बंदगी छड़ मैं मेरा, हिरदे नाम समार सवेरा। बंदगी करिए मैं मेरी नूं छड़िए, सतगुरु आप ही किरपा करनगे। आप जो कथा सरवण कर रहे हो, फेसबुक पेज दे उपर आप कथा सागर पेज फॉलो करो, लाइक करो, शेयर कर दिओ। सारी कथा यूट्यूब ते भी मिल जाती है। कथा सागर मनमोहन सिंह निमाणा दास का चैनल, उसनूं आप सबसक्राइब करो। भुल्लां चुक्कां दी क्षमा। वाहिगुरू जी का खालसा, वाहिगुरू जी की फतेह।